ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ, ਰਚਨਾ ਨੂੰ ਸਮਝਣ ਵਾਸਤੇ ਅੱਜ ਕੁਝ ਸ਼ਬਦਾਂ ਤੇ ਵਿਚਾਰ ਕਰਦੇ ਹਾਂ। ਕਈ ਵਾਰੀ ਕਿਹਾ ਜਾਂਦਾ ਹੈ ਕਿ ਬਾਣੀ ਜਿਵੇਂ ਲਿਖੀ ਹੈ ਇਸੇ ਤਰ੍ਹਾਂ ਹੀ ਪੜ੍ਹੋ। ਇਹ ਤੱਥ ਨਾ ਤਾਂ 100% ਸਹੀ ਹੈ ਅਤੇ ਨਾ ਹੀ 100% ਗਲਤ ਹੈ। ਹਰ ਥਾਂ ਤੇ ਇਹ ਵਿਚਾਰ ਲਾਗੂ ਨਹੀਂ ਹੁੰਦਾ ਕਿ ਬਾਣੀ ਜਿਵੇਂ ਲਿਖੀ ਹੈ ਤਿਵੇਂ ਪੜ੍ਹੀ ਜਾਏ। ਬਾਣੀ ਕਿਵੇਂ ਲਿਖੀ ਹੈ, ਇਸ ਗੱਲ ਨੂੰ ਸਮਝਣ ਲਈ ਸਾਨੂੰ ਸਦੀਆਂ ਪਹਿਲਾਂ ਦੀ ਸਥਿਤੀ ਤੇ ਝਾਤ ਮਾਰਨੀ ਪਵੇਗੀ। 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦਾ ਜੋ ਸਮਾਂ ਹੈ, ਇਸ ਸਮੇਂ ਤੇ ਝਾਤ ਮਾਰਨੀ ਪਏਗੀ ਕਿ ਬਾਣੀ ਲਿਖੀ ਕਿਵੇਂ ਹੈ। ਪੜ੍ਹਨ ਦਾ ਕੰਮ ਤਾਂ ਬਾਅਦ ਵਿੱਚ ਹੈ, ਲਿਖੀ ਕਿਵੇਂ ਹੈ, ਪੜ੍ਹਨੀ ਕਿਵੇਂ ਹੈ। ਸੋ ਜਿਵੇਂ ਲਿਖੀ ਹੈ, ਇਹ ਅੱਜ ਕੱਲ੍ਹ ਦੀ ਪੰਜਾਬੀ ਦੀ ਲਿਖਾਈ ਵਾਂਗ ਨਹੀਂ ਹੈ। ਇਸ ਦਾ ਲਿਖਣ ਢੰਗ ਪੁਰਾਤਨ ਹੈ, ਜਿਸ ਨੂੰ ਸਮਝੇ ਤੋਂ ਬਿਨਾਂ ਬਾਣੀ ਪੜ੍ਹਨ ਲੱਗਿਆ ਇਨਸਾਫ ਨਹੀਂ ਕੀਤਾ ਜਾ ਸਕਦਾ। ਵਿਚਾਰ ਕਰਦੇ ਹਾਂ। ਪਹਿਲਾ ਸ਼ਬਦ ਜੋ ਵਿਚਾਰਧੀਨ ਹੈ ਉਹ ਗੱਗਾ ਲੱਲੇ ਨੂੰ ਵਿਹਾਰੀ ਹੈ। ਗੱਗਾ ਲੱਲੇ ਨੂੰ ਵਿਹਾਰੀ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ, ਇਸ ਦਾ ਵੱਖ-ਵੱਖ ਥਾਵਾਂ ਤੇ ਪ੍ਰਕਰਨ ਅਨੁਸਾਰ ਵੱਖ-ਵੱਖ ਅਰਥ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਗੱਗਾ ਲੱਲੇ ਨੂੰ ਵਿਹਾਰੀ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ ਇਹ ਬਹੁਅਰਥਕ ਹੈ। ਬਹੁਅਰਥਕ ਸ਼ਬਦ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਲਿਖਣ ਸਮੇਂ ਸਪੈਲਿੰਗ ਜਾਂ ਸ਼ਬਦ ਜੋੜ ਉਹੀ ਰਹਿਣ ਅਤੇ ਬੋਲਣ ਵਿੱਚ ਵੀ ਉਹ ਸ਼ਬਦ ਉਸੇ ਤਰ੍ਹਾਂ ਹੀ ਹੋਵੇ, ਭਾਵੇਂ ਕਿੰਨੇ ਹੀ ਅਰਥਾਂ ਵਿੱਚ ਵਰਤਿਆ ਗਿਆ ਹੋਵੇ। ਜਿਵੇਂ ਸ਼ਬਦ ਹੈ ਘੜੀ। ਘੜੀ ਸ਼ਬਦ ਕਲਮ ਨੂੰ ਘੜੇ ਜਾਣ ਵਾਸਤੇ ਕਿਰਿਆ ਰੂਪ ਵਿੱਚ ਵਰਤਿਆ ਜਾਂਦਾ ਹੈ। ਘੜੀ ਪਾਣੀ ਆਦਿਕ ਰੱਖਣ ਵਾਲੀ ਵੀ ਘੜੀ ਹੁੰਦੀ ਹੈ। ਘੜੀ ਸਮੇਂ ਨੂੰ ਮਿਲਣ ਦਾ ਮਾਪ ਤੋਲ ਵੀ ਹੁੰਦਾ ਹੈ। ਸੋ ਇਹਨਾਂ ਵੱਖ-ਵੱਖ ਅਰਥਾਂ ਵਿੱਚ ਘੜੀ ਸ਼ਬਦ ਦੇ ਸ਼ਬਦ ਜੋੜ ਬਦਲਦੇ ਨਹੀਂ ਤੇ ਨਾ ਹੀ ਇਸ ਦਾ ਉਚਾਰਨ ਬਦਲਦਾ ਹੈ। ਅਜਿਹੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਸ਼ਬਦ ਬਹੁਅਰਥਕ ਹਨ। ਇਸ ਤਰ੍ਹਾਂ ਖੱਟੀ ਸ਼ਬਦ ਹੈ, ਬਹੁਅਰਥਕ ਸ਼ਬਦ ਹੈ। ਖੱਟੀ ਪਗੜੀ ਹੋ ਸਕਦੀ ਹੈ, ਖੱਟੀ ਲੱਸੀ ਹੋ ਸਕਦੀ ਹੈ। ਫਿਰ ਖੱਟੀ ਬਾਗ ਦੇ ਵਿੱਚ ਇੱਕ ਫਲ ਦਾ ਨਾਂ ਹੈ, ਉਹ ਖੱਟੀ ਹੋ ਸਕਦੀ ਹੈ। ਖੱਟੀ ਕਿਸੇ ਕੰਮ ਵਿੱਚ ਕਮਾਈ ਨੂੰ ਖੱਟੀ ਕਿਹਾ ਜਾਂਦਾ ਹੈ, ਉਹ ਹੋ ਸਕਦੀ ਹੈ। ਸੋ ਖੱਟੀ ਸ਼ਬਦ ਜੋ ਹੈ, ਇਸ ਦੇ ਸ਼ਬਦ ਜੋੜ ਉਹੀ ਹਨ ਅਤੇ ਇਸ ਦਾ ਉਚਾਰਨ ਵੀ ਉਹੀ ਰਹਿੰਦਾ ਹੈ, ਪਰ ਅਰਥ ਵੱਖ-ਵੱਖ ਰਹਿੰਦੇ ਹਨ। ਅਰਥ ਵੱਖ-ਵੱਖ ਹੁੰਦੇ ਹਨ। ਤਾਂ ਇਸ ਸ਼ਬਦ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਖੱਟੀ ਸ਼ਬਦ ਬਹੁਅਰਥਕ ਸ਼ਬਦ ਹੈ। ਜੋ ਗੱਗਾ ਲੱਲੇ ਨੂੰ ਵਿਹਾਰੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ, ਦੇਖਣ ਨੂੰ ਇਹ ਇੱਕੋ ਰੂਪ ਵਿੱਚ ਲਿਖਿਆ ਗਿਆ ਲੱਗਦਾ ਹੈ। ਗੱਗਾ ਲੱਲੇ ਨੂੰ ਵਿਹਾਰੀ
ਪਰ ਬੋਲਣ ਵਿੱਚ ਇਹ ਹਰ ਥਾਂ ਗੱਗਾ ਲੱਲੇ ਨੂੰ ਵਿਹਾਰੀ ਨਹੀਂ ਹੈ। ਲੱਲੇ ਦੀਆਂ ਦੋ ਧੁਨੀਆਂ ਹਨ, ਜਿਸ ਤਰ੍ਹਾਂ ਗੱਗੇ ਦੀਆਂ ਦੋ ਧੁਨੀਆਂ ਹਨ, ਕੱਕੇ ਦੀਆਂ ਦੋ ਧੁਨੀਆਂ ਹਨ, ਸੱਸੇ ਦੀਆਂ ਦੋ ਧੁਨੀਆਂ ਹਨ, ਜੱਜੇ ਦੀਆਂ ਦੋ ਧੁਨੀਆਂ ਹਨ, ਫੱਫੇ ਦੀਆਂ, ਊੜੇ ਦੀਆਂ, ਐੜੇ ਦੀਆਂ, ਈੜੀ ਦੀਆਂ, ਹਾਹੇ ਦੀਆਂ, ਕੱਕੇ ਦੀਆਂ, ਤੱਤੇ ਦੀਆਂ। ਸੋ ਇਹ ਇਸ ਤਰ੍ਹਾਂ ਦੇ 11 ਅੱਖਰ ਹਨ ਜਿਨ੍ਹਾਂ ਦੀਆਂ ਦੋ ਦੋ ਧੁਨੀਆਂ ਹਨ। ਇੱਕ ਅੱਖਰ ਲੱਲਾ ਵੀ ਹੈ, ਇਸ ਦੀਆਂ ਵੀ ਦੋ ਧੁਨੀਆਂ ਹਨ। ਦੋ ਧੁਨੀਆਂ ਤੋਂ ਮੁਰਾਦ ਕੁਝ ਥਾਵਾਂ ਤੇ ਇਸ ਦੀ ਆਵਾਜ਼ ਕਸਵੀ ਹੁੰਦੀ ਹੈ ਤੇ ਕੁਝ ਥਾਵਾਂ ਤੇ ਇਸ ਦੀ ਆਵਾਜ਼ ਲੂਜ਼ ਜਾਂ ਢਿੱਲੀ ਹੁੰਦੀ ਹੈ। ਜਿਵੇਂ ਅਸੀਂ ਕਹਿ ਸਕਦੇ ਹਾਂ ਆਲੂ ਸ਼ਬਦ ਹੈ, ਇਸ ਵਿੱਚ ਲੱਲਾ ਅੱਖਰ ਦੀ ਆਵਾਜ਼ ਕਸਵੀ ਹੈ, ਆਲੂ। ਤੇ ਜਦੋਂ ਅਸੀਂ ਬੋਲਦੇ ਹਾਂ ਆਲਾ, ਆਲਾ ਸ਼ਬਦ ਵਿੱਚ ਲੱਲਾ ਅੱਖਰ ਦੀ ਆਵਾਜ਼ ਕਸਵੀ ਨਹੀਂ, ਢਿੱਲੀ ਆਵਾਜ਼ ਹੈ, ਲੂਜ਼ ਸਾਊਂਡ ਹੈ, ਆਲਾ। ਬੋਲਣ ਸਮੇਂ ਵੀ ਜੋ ਜੀਭ ਹੈ ਇਸ ਦੀ ਸਥਿਤੀ ਬਦਲ ਜਾਂਦੀ ਹੈ। ਲਾ ਅਤੇ ਅਲਾ ਕਹਿਣ ਵਿੱਚ ਜੀਭ ਦੀ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ। ਤੋ ਇਸ ਤਰ੍ਹਾਂ ਲੱਲਾ ਅੱਖਰ ਜਿਹੜਾ ਹੈ ਇਹ ਦੋਹਾਂ ਹੀ ਧੁਨੀਆਂ ਵਿੱਚ ਵਰਤਿਆ ਗਿਆ ਹੈ। ਆਓ ਦੇਖਦੇ ਹਾਂ ਪ੍ਰਮਾਣ। ਗੱਗਾ ਲੱਲੇ ਨੂੰ ਵਿਹਾਰੀ, ਜਿੱਥੇ ਗੱਗਾ ਲੱਲੇ ਨੂੰ ਵਿਹਾਰੀ ਇਸ ਦਾ ਅਰਥ ਹੈ ਗਲੀ। ਗਲੀ ਤੋਂ ਭਾਵ ਹੈ ਵੀਹੀ, ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਨਾਮ ਵੀਥੀ ਵੀ ਆਇਆ ਹੈ, ਵੀਥੀ, ਵੀਥੀ ਪੇਖਾਂ। ਸੋ ਅੰਗਰੇਜ਼ੀ ਵਿੱਚ ਕਹਿ ਸਕਦੇ ਹਾਂ ਸਟਰੀਟ। ਗੱਗਾ ਲੱਲੇ ਨੂੰ ਵਿਹਾਰੀ, ਜਿੱਥੇ ਇਸ ਨੂੰ ਵੀਹੀ ਜਾਂ ਗਲੀ ਦੇ ਤੌਰ ਤੇ ਵਰਤਿਆ ਗਿਆ ਜਾਂ ਰਸਤੇ ਦੇ ਤੌਰ ਤੇ ਵਰਤਿਆ ਗਿਆ ਹੈ, ਉੱਥੇ ਪ੍ਰਮਾਣ ਦੇਖਦੇ ਹਾਂ। ਇਸ ਦਾ ਉਚਾਰਨ ਜੋ ਹੈ ਗਲੀ ਸ਼ਬਦ ਵਿੱਚ ਲੱਲਾ ਇਹ ਆਪਣੀ ਦੂਜੀ ਆਵਾਜ਼ ਰੱਖੇਗਾ, ਜਿਹੜੀ ਲੂਜ਼ ਸਾਊਂਡ ਹੈ। ਗਲੀ ਨਹੀਂ ਇਸ ਨੂੰ ਕਹਿ ਸਕਦੇ, ਇਹ ਹੋਏਗਾ ਗਲੀ। ਸੋ ਗਲੀ ਸ਼ਬਦ ਵਿੱਚ ਲੱਲਾ ਅੱਖਰ ਦੀ ਲੂਜ਼ ਸਾਊਂਡ ਹੁੰਦੀ ਹੈ। ਸੋ ਆਓ ਦੇਖਦੇ ਹਾਂ ਪ੍ਰਮਾਣ ਨੰਬਰ 1, ਜਿਹੜਾ ਕਿ ਅੰਕ 527 ਉੱਪਰ ਹੈ ਤੇ 7ਵੀਂ ਪੰਕਤੀ ਹੈ। ਇਹ ਹੈ ਮੇਰੋ ਸੁੰਦਰੂ ਕਹੋ ਹੋ ਮਿਲੈ ਕਿਤੋ ਗਲੀ। ਗੱਗਾ ਲੱਲੇ ਨੂੰ ਬਿਹਾਰੀ ਹੈ, ਇੱਥੇ ਉਚਾਰਨ ਹੈ ਗਲੀ, ਕਿਉਂਕਿ ਅਰਥ ਹਨ ਕਿਸ ਗਲੀ ਵਿੱਚ, ਕਿਸ ਵੀਹੀ ਵਿੱਚ ਦੱਸੋ ਮੈਨੂੰ ਮੇਰਾ ਪਿਆਰਾ ਸੁੰਦਰ ਪ੍ਰਭੂ ਮਿਲੇਗਾ। ਸੋ ਇੱਥੇ ਹੈ ਸ਼ਬਦ ਗਲੀ, ਅਰਥ ਹੈ ਵੀਹੀ। ਦੂਜਾ ਪ੍ਰਮਾਣ ਲੈਂਦੇ ਹਾਂ ਨੰਬਰ 2 ਤੇ। ਸਿਰ ਧਾਰੀ ਤਲੀ ਗਲੀ ਮੇਰੀ ਆਉ। ਇਹ ਹੈ ਅੰਕ 1412, ਦੂਜੀ ਪੰਕਤੀ ਹੈ। ਸਿਰ ਧਾਰੇ, ਸਿਰ ਨੂੰ ਰੱਖ ਕੇ, ਤਲੀ, ਤਲੀ ਉੱਤੇ ਰੱਖ ਕੇ, ਗਲੀ ਮੇਰੀ ਆਉ, ਮੇਰੀ ਗਲੀ ਵਿੱਚ ਪ੍ਰਵੇਸ਼ ਕਰਨਾ ਕਰੋ। ਸੋ ਇੱਥੇ ਵੀ ਹੈ ਰਸਤਾ ਵੀਹੀ। ਸੋ ਆ ਹੁਣ ਦੇਖਦੇ ਹਾਂ ਇਹੋ ਹੀ ਸ਼ਬਦ ਗੱਗਾ ਲੱਲੇ ਨੂੰ ਵਿਹਾਰੀ ਹੋਰ ਥਾਵਾਂ ਤੇ ਵਰਤਿਆ ਗਿਆ ਹੈ, ਪਰ ਉੱਥੇ ਇਸ ਦਾ ਉਚਾਰਨ ਗਲੀ ਨਹੀਂ ਹੈ। ਸਪੈਲਿੰਗ ਭਾਵੇਂ ਸ਼ਬਦ ਜੋੜ ਭਾਵੇਂ ਇਹੋ ਹੀ ਹਨ। ਆਓ ਦੇਖਦੇ ਹਾਂ ਪ੍ਰਮਾਣ, ਜਿੱਥੇ ਇਸ ਨੂੰ ਵਰਤਿਆ ਗਿਆ ਹੈ ਗਲਾਂ ਵਿੱਚ ਦੇ ਅਰਥਾਂ ਵਿੱਚ, ਗਲਾਂ ਵਿੱਚ, ਅਰਾਊਂਡ ਦਾ ਥ੍ਰੋਟਸ। ਸੋ ਤੀਜਾ ਪ੍ਰਮਾਣ ਹੈ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹਾਥੇ ਨਿਬੱਗ। ਅੰਕ 476 ਹੈ, ਇਹ ਪਹਿਲੀ ਪੰਕਤੀ ਹੈ। ਨਿਬੱਗ ਤੋਂ ਭਾਵ ਲਿਸ਼ਕ ਦੇ, ਹੱਥਾਂ ਵਿੱਚ ਲੋਟੇ ਫੜੇ ਹਨ, ਲਿਸ਼ਕ ਦੇ ਲੋਟੇ ਫੜੇ ਹੋਏ ਹਨ, ਜਿਨ੍ਹਾਂ ਨੇ ਗਲਾਂ ਵਿੱਚ ਜਪ ਮਾਲੀਆਂ ਪਾਈਆਂ ਹੋਈਆਂ ਹਨ, ਮਾਲਾਂ ਪਾਈਆਂ ਹੋਈਆਂ ਹਨ ਗਲਾਂ ਵਿੱਚ। ਗਲੀ ਤੋਂ ਭਾਵ ਹੈ ਇੱਥੇ ਗਲਾਂ ਵਿੱਚ,
ਇੱਥੇ ਉਚਾਰਨ ਗਲੀ ਨਹੀਂ ਹੋਏਗਾ ਜਿਹੜਾ ਪਹਿਲੀਆਂ ਦੋ ਪ੍ਰਮਾਣਾਂ ਵਿੱਚ ਹੋਇਆ ਸੀ। ਪਹਿਲੇ ਦੋ ਪ੍ਰਮਾਣਾਂ ਵਿੱਚ ਜਿਹੜਾ ਉਚਾਰਨ ਅਸੀਂ ਗਲੀ ਕੀਤਾ ਹੈ, ਰਸਤਾ, ਵੀਹੀ, ਇੱਥੇ ਸ਼ਬਦ ਜੋੜ ਉਹੀ ਹਨ, ਪਰ ਇੱਥੇ ਉਚਾਰਨ ਉਹੀ ਨਹੀਂ ਹੈ, ਉਚਾਰਨ ਬਦਲ ਗਿਆ। ਇਸ ਕਰਕੇ ਇਹ ਸ਼ਬਦ ਬਹੁਅਰਥਕ ਵੀ ਨਹੀਂ ਰਿਹਾ, ਕਿਉਂਕਿ ਇੱਥੇ ਪ੍ਰਕਰਮ ਮੁਤਾਬਕ ਅਰਥ ਹੈ ਗਲਾਂ ਵਿੱਚ। ਸੋ ਇਹ ਪ੍ਰਮਾਣ ਇਸ ਗੱਲ ਨੂੰ ਵੀ ਸਾਬਤ ਕਰਦਾ ਹੈ ਕਿ ਮਾਲਾ ਜਿਹੜੀ ਹੈ ਇਹ ਇਸ ਦਾ ਗੁਰੂਆਂ ਦੇ ਨਾਲ ਕੋਈ ਸੰਬੰਧ ਨਹੀਂ। ਭਾਵੇਂ ਤਸਵੀਰਾਂ ਵਿੱਚ ਜੋ ਨਕਲੀ ਤਸਵੀਰਾਂ ਹਨ ਉਹਨਾਂ ਵਿੱਚ ਮਾਲਾ ਵੀ ਪਾ ਕੇ ਤਸਵੀਰਾਂ ਬਣਾਈਆਂ ਗਈਆਂ ਹਨ। ਹੱਥਾਂ ਵਿੱਚ ਵੀ ਮਾਲਾ, ਗਲ ਵਿੱਚ ਵੀ ਮਾਲਾ ਤੇ ਸਿਰ ਦੇ ਉੱਤੇ ਵੀ ਮਾਲਾ ਦਿਖਾਈ ਗਈ ਹੈ, ਜੋ ਗੁਰਮਤ ਫਿਲਾਸਫੀ ਦੇ ਉਲਟ ਹੈ। ਚੌਥਾ ਪ੍ਰਮਾਣ ਲੈਂਦੇ ਹਾਂ, ਇੱਕ ਨਾ ਗਲੀ ਜੰਜ਼ੀਰੀਆਂ ਇੱਕੀ ਤੁਰੀ ਚੜ੍ਹੀ ਬਿਸਿਆਰ। ਇੱਥੇ ਤੁਰੀ ਸ਼ਬਦ ਤੁਰੀ ਹੈ ਘੋੜੀਆਂ ਉੱਤੇ। ਇੱਕ ਨਾ ਗਲੀ ਜ਼ੰਜੀਰੀਆਂ। ਸੋ ਜ਼ੰਜੀਰ ਸ਼ਬਦ ਜੋ ਹੈ ਪਰਸ਼ੀਅਨ ਲੈਂਗੁਏਜ ਦਾ ਹੈ, ਪਹਿਲਾ ਜ਼ਾ ਹੈ, ਇੱਕ ਨਾ ਗਲੀ ਜ਼ੰਜੀਰੀਆਂ। ਸੋ ਨੰਨੇ ਪੈਰ ਚ ਹਲੰਤ ਹੈ, ਇਹ ਹਾਹਾ ਹੁੰਦਾ ਹੈ ਅੱਧਾ। ਸੋ ਇੱਥੇ ਵੀ ਗਲੀ ਸ਼ਬਦ ਦਾ ਉਚਾਰਨ ਗਲੀ ਹੈ। ਇੱਕ ਨਾ ਦੇ ਗਲਾਂ ਵਿੱਚ, ਇੱਕ ਨਾ ਦੇ ਗਲਾਂ ਵਿੱਚ ਜ਼ੰਜੀਰੀਆਂ ਹਨ, ਫਾਹੀਆਂ ਹਨ, ਤੇ ਕਈ ਘੋੜੀਆਂ ਤੇ ਸਵਾਰ ਹੋ ਕੇ ਬਹੁਤੇ ਫਿਰਦੇ ਹਨ। ਇਹ ਅੰਕ 475 ਉੱਤੋਂ ਇਹ ਪ੍ਰਮਾਣ ਹੈ, ਤੀਜੀ ਪੰਕਤੀ ਹੈ। ਸਪੈਲਿੰਗ ਸ਼ਬਦ ਜੋੜ ਗੱਗਾ ਲੱਲੇ ਨੂੰ ਵਿਹਾਰੀ ਹੀ ਹਨ, ਪਰ ਉਚਾਰਨ ਗਲੀ ਨਹੀਂ ਹੈ। ਇੱਥੇ ਉਚਾਰਨ ਹੈ ਗਲੀ, ਗਲਾਂ ਦੇ ਵਿੱਚ, ਗਲਾਂ ਦੁਆਲੇ। ਆਓ ਅੱਗੇ ਪੰਜਵਾਂ ਪ੍ਰਮਾਣ ਲੈਂਦੇ ਹਾਂ, ਇੱਕ ਨਾ ਗਲੀ ਜ਼ੰਜੀਰ ਬੰਦੀ ਰਬਾਣੀਐ। ਅੰਕ 1287 ਹੈ, 19ਵੀਂ ਪੰਕਤੀ ਹੈ। ਬੰਦੀ ਤੋਂ ਭਾਵ ਹੈ ਬੰਦੀ ਰੂਪ ਵਿੱਚ ਰੱਖੇ ਹੋਏ ਹਨ। ਰਬਾਣੀਐ, ਰੱਬ ਨੇ, ਰੱਬ ਦੇ ਦਰ ਤੇ ਬੰਦੀ ਰੂਪ ਵਿੱਚ ਹਨ, ਤੇ ਉਹਨਾਂ ਦੇ ਗਲਾਂ ਵਿੱਚ ਜ਼ੰਜੀਰ ਹੈ, ਗਲੀ। ਸੋ ਇੱਥੇ ਗਲੀ ਸ਼ਬਦ ਲੱਲੇ ਨੂੰ ਜੋ ਵਿਹਾਰੀ ਹੈ, ਇਹ ਸਪਸ਼ਟ ਤੌਰ ਤੇ ਇੱਥੇ ਬਿੰਦੀ ਲੱਗੀ ਹੋਈ ਹੈ, ਦਿਖਾਈ ਗਈ ਹੈ। ਭਾਵੇਂ ਚੌਥੇ ਪ੍ਰਮਾਣ ਵਿੱਚ ਇਹ ਬਿੰਦੀ ਨਹੀਂ ਸੀ, ਫਿਰ ਵੀ ਉੱਥੇ ਬਿੰਦੀ ਦਾ ਉਚਾਰਨ ਪ੍ਰਕਰਮ ਮੁਤਾਬਕ ਕੀਤਾ ਜਾਣਾ ਸੀ, ਜੋ ਕੀਤਾ ਗਿਆ ਗਲੀ। ਸੋ ਇਹ ਬਿੰਦੀਆਂ ਦੀ ਸੇਧ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮਿਲਦੀ ਹੈ। ਜਿਸ ਥਾਵਾਂ ਤੇ ਇਹ ਬਿੰਦੀ ਵਰਤੀ ਗਈ ਹੈ, ਜਿਨ੍ਹਾਂ ਅਰਥਾਂ ਵਿੱਚ ਬਾਕੀ ਥਾਵਾਂ ਤੇ ਵੀ ਇਸ ਦਾ ਪ੍ਰਯੋਗ ਇਸ ਤਰ੍ਹਾਂ ਕੀਤਾ ਜਾਂਦਾ ਹੈ, ਸੇਧ ਲੈ ਕੇ। ਸੋ ਇੱਥੇ ਆਪਾਂ ਦੇਖਿਆ ਹੈ ਕਿ ਗੱਗਾ ਲੱਲੇ ਨੂੰ ਵਿਹਾਰੀ, ਇਸ ਦਾ ਅਰਥ ਇਹਨਾਂ ਤਿੰਨਾਂ ਪ੍ਰਮਾਣਾਂ ਵਿੱਚ ਬਦਲ ਗਿਆ। ਗਲੀ ਨਹੀਂ ਰਹਿ ਗਿਆ, ਇੱਥੇ ਗਲੀ ਬਣ ਗਿਆ ਗਲਾਂ ਵਿੱਚ। ਹੁਣ ਆਓ ਦੇਖਦੇ ਹਾਂ ਗੱਗਾ ਲੱਲੇ ਨੂੰ ਵਿਹਾਰੀ। ਜਿੱਥੇ ਗੱਗਾ ਲੱਲੇ ਨੂੰ ਵਿਹਾਰੀ ਸ਼ਬਦ ਦਾ ਅਰਥ ਗੱਲਾਂ ਨਾਲ ਹੈ, ਗੱਲਾਂ ਨਾਲ, ਉਹ ਪ੍ਰਮਾਣ ਲੈਂਦੇ ਹਾਂ। ਸ਼ਬਦ ਜੋੜ ਉਹੀ ਹਨ ਗੱਗਾ ਲੱਲੇ ਨੂੰ ਵਿਹਾਰੀ, ਪਰ ਉਚਾਰਨ ਗਲੀ ਨਹੀਂ ਹੋਏਗਾ, ਉਚਾਰਨ ਕੁਝ ਹੋਰ ਹੋਏਗਾ। ਭਾਵੇਂ ਸ਼ਬਦ ਜੋੜ ਉਹੀ ਹਨ, ਕਿਉਂਕਿ ਅਰਥ ਬਦਲਦੇ ਹਨ ਪ੍ਰਮਾਣ ਮੁਤਾਬਕ। ਪ੍ਰਮਾਣ ਜੋ ਵਰਤਿਆ ਗਿਆ ਹੈ ਵੱਖ-ਵੱਖ ਪੰਕਤੀਆਂ ਵਿੱਚ, ਸੋ ਉਸ ਦੇ ਮੁਤਾਬਕ ਜੋ ਅਰਥ ਹਨ ਉਹਨਾਂ ਮੁਤਾਬਕ ਉਚਾਰਨ ਹੈ। ਸੋ ਪ੍ਰਮਾਣ ਨੰਬਰ 6 ਹੈ, 6ਵਾਂ ਹੈ, ਏ ਪਾਰਟ, ਗੱਲੀ ਜੋਗ ਨਾ ਹੋਈ। ਅੰਕ 730 ਹੈ, 12ਵੀਂ ਪੰਕਤੀ ਹੈ। ਸੋ ਗੱਲੀ ਦਾ ਭਾਵ ਹੈ ਗੱਲਾਂ, ਗੱਲਾਂ ਨਾਲ, ਬਾਈ ਨੀਅਰ ਵਰਡਸ, ਨੀਅਰ ਟਾਕਿੰਗ। ਸੋ ਗੱਲਾਂ ਗੱਲਾਂ ਨਾਲ ਹੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ, ਪ੍ਰਭੂ ਨਾਲ ਮੇਲ ਨਹੀਂ ਹੁੰਦਾ।
ਇੱਥੇ ਸ਼ਬਦ ਜੋੜ ਗੱਗਾ ਲੱਲੇ ਨੂੰ ਵਿਹਾਰੀ ਹਨ, ਪਰ ਉਚਾਰਨ ਗਲੀ ਨਹੀਂ ਹੈ, ਉਚਾਰਨ ਬਣ ਗਿਆ ਗੱਲੀ। ਸੋ ਗੱਗੇ ਦੇ ਉੱਤੇ ਅਧਿਕ ਦੀ ਆਵਾਜ਼ ਹੈ, ਲੱਲੇ ਨੂੰ ਵਿਹਾਰੀ ਇਹ ਬਿੰਦੀ ਸਮੇਤ ਹੈ, ਪਰ ਲੱਲਾ ਜਿਹੜਾ ਹੈ ਇਹਦੀ ਲੂਜ਼ ਸਾਊਂਡ ਨਹੀਂ ਹੈ ਇੱਥੇ, ਜਿਵੇਂ ਗਲੀ ਵਿੱਚ ਸੀ। ਇੱਥੇ ਗੱਲੀ ਹੈ, ਲੱਲੇ ਦੀ ਆਵਾਜ਼ ਕਸਵੀ ਹੈ। ਅਗਲਾ ਪ੍ਰਮਾਣ ਲੈਂਦੇ ਹਾਂ। ਛੇਵਾਂ ਪ੍ਰਮਾਣ ਇਹਦਾ 20 ਭਾਗ ਹੈ। ਗੱਲੀ ਗਰਬਹਿ ਮੁਖੀ ਗੋਬਹਿ ਗਿਆਨ। ਅੰਕ 374 ਹੈ। ਤੀਜੀ ਪੰਕਤੀ ਹੈ, ਗੱਲੀ ਗਰਬਹਿ, ਗੱਲਾਂ ਗੱਲਾਂ ਨਾਲ ਆਪਾਂ ਜਤਾਉਂਦੀ ਪਈ ਹੈ ਜੀਵ ਇਸਤਰੀਏ। ਗੱਲੀ ਗਰਬਹਿ, ਗੱਲਾਂ ਗੱਲਾਂ ਨਾਲ ਤੂੰ ਘਮੰਡ ਕਰ ਰਹੀ ਹੈ। ਸੋ ਇੱਥੇ ਗਲੀ ਸ਼ਬਦ ਪਾਠ ਨਹੀਂ ਹੈ, ਇੱਥੇ ਪਾਠ ਬਣੇਗਾ ਗੱਲੀ, ਗੱਲਾਂ ਨਾਲ। ਅਧਿਕ ਦੀ ਵਰਤੋਂ ਕੀਤੀ ਜਾਏਗੀ। ਇੱਥੇ ਭਾਵੇਂ ਅਧਿਕ ਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਵਰਤਿਆ ਗਿਆ, ਪਰ ਆਵਾਜ਼ ਵਰਤੀ ਗਈ ਹੈ। ਉਸ ਆਵਾਜ਼ ਨੂੰ ਪਕੜਨ ਵਾਸਤੇ ਇੱਥੇ ਅਧਿਕ ਦੀ ਧੁਨੀ ਬੋਲਣੀ ਜ਼ਰੂਰੀ ਹੈ, ਤਾਂ ਬਣੇਗਾ ਗੱਲੀ। ਸਤਵਾਂ ਪ੍ਰਮਾਣ ਲਈਏ। ਗੱਲੀ ਪੇਸ਼ਤੇ ਨਾ ਜਾਈਐ, ਛੁੱਟੈ ਸੱਚ ਕਮਾਈ। ਅੰਕ 141 ਹੈ। ਦੂਜੀ ਇਹ ਪੰਕਤੀ ਹੈ। ਗੱਲੀ ਪੇਸ਼ਤੇ, ਪੇਸ਼ਤ ਵਿੱਚ ਜੋ ਸ਼ਾਹ ਸਾਊਂਡ ਹੈ ਇਹ ਪਰਸ਼ੀਅਨ ਦੇ ਸ਼ਬਦ ਵਿੱਚੋਂ ਆਈ ਹੈ, ਬਹਿਸ਼ਤ ਵਿੱਚੋਂ ਆਈ ਹੈ, ਉੱਥੋਂ ਬਣਿਆ ਹੈ ਇਹ ਪੇਸ਼ਤੇ। ਇਸ ਕਰਕੇ ਇਸ ਨੂੰ ਪੇਸ਼ਤੀ ਕਰਕੇ ਬੋਲਣਾ ਕਹਿ ਸਕਦੇ ਹਾਂ। ਭਾਸ਼ਾ ਪੱਖੋਂ ਨਿਰੀ ਅਗਿਆਨਤਾ ਅਤੇ ਅਣਗਹਿਲੀ ਹੋਏਗੀ। ਸੋ ਗੱਲੀ ਪੇਸ਼ਤੀ ਨਾ ਜਾਈਐ, ਪੇਸ਼ਤ ਵਿੱਚ ਨਿਰੀਆਂ ਗੱਪਾਂ ਮਾਰ ਕੇ ਨਹੀਂ ਜਾਇਆ ਜਾ ਸਕਦਾ, ਕਮਾਈ ਦੀ ਲੋੜ ਹੁੰਦੀ ਹੈ। ਇਸ ਕਰਕੇ ਇੱਥੇ ਵੀ ਗਲੀ ਪਾਠ ਨਹੀਂ ਹੈ, ਨਾ ਗਲੀ ਪਾਠ ਹੈ, ਇੱਥੇ ਪਾਠ ਹੈ ਗੱਲੀ। ਲੱਲੇ ਦੀ ਕਸਮੀ ਆਵਾਜ਼ ਹੈ ਤੇ ਬਿੰਦੀ ਸਹਿਤ ਉਚਾਰਨ ਹੈ ਗੱਲੀ, ਗੱਲਾਂ ਨਾਲ। ਪ੍ਰਮਾਣ ਨੰਬਰ 8 ਲੈਂਦੇ ਹਾਂ। ਗੱਲੀ ਸ਼ੈਲ ਉਠਾਵਤ ਚਾਹੈ, ਓਈ ਊਹਾਂ ਹੀ ਹੈ ਧਰੇ। ਅੰਕ 714 ਹੈ। 9ਵੀਂ ਪੰਕਤੀ ਹੈ। ਸੋ ਇੱਥੇ ਵੀ ਗੱਗਾ ਲੱਲੇ ਨੂੰ ਵਿਹਾਰੀ ਸੀ। ਨਾ ਦਾ ਪਾਠ ਇੱਥੇ ਗਲੀ ਬਣਦਾ ਹੈ, ਨਾ ਪਾਠ ਇੱਥੇ ਗਲੀ ਬਣਦਾ ਹੈ, ਇੱਥੇ ਪਾਠ ਬਣਦਾ ਹੈ ਗੱਲੀ। ਗੱਲਾਂ ਨਾਲ ਗੱਪਾਂ ਮਾਰ ਮਾਰ ਕੇ ਕੋਈ ਚਾਹੁੰਦਾ ਹੈ ਕਿ ਮੈਂ ਪਹਾੜਾਂ ਨੂੰ ਚੁੱਕ ਦਿਆਂ। ਸ਼ੈਲ ਤੋਂ ਭਾਵ ਹੈ ਪਹਾੜ। ਇਹ ਸੰਸਕ੍ਰਿਤ ਦਾ ਸ਼ਬਦ ਹੈ ਸ਼ੈਲ। ਸ਼ੈਲ ਤੋਂ ਭਾਵ ਹੈ ਪਹਾੜ। ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸੈਲ ਸ਼ਬਦ ਜੋ ਵਰਤਿਆ ਗਿਆ ਹੈ ਉਸ ਦਾ ਅਰਥ ਹੈ ਸੈਰ ਕਰਨੀ, ਇੱਧਰ ਉੱਧਰ ਜਾਣਾ, ਸੈਰ। ਉਹ ਹੈ ਸੈਲ ਸ਼ਬਦ। ਜਿਉਂ ਜਿਉਂ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ। ਸੋ ਸੈਲ ਸ਼ਬਦ ਜਿਹੜਾ ਹੈ ਇਹ ਸੈਰ ਕਰਨ ਦੇ ਅਰਥਾਂ ਵਿੱਚ ਹੈ। ਸ਼ੈਲ ਸ਼ਬਦ ਜੋ ਹੈ ਇਹ ਪਹਾੜ ਦੇ ਅਰਥਾਂ ਵਿੱਚ ਹੈ, ਪੱਥਰ ਦੇ ਅਰਥਾਂ ਵਿੱਚ ਹੈ। ਸੋ ਗੱਲਾਂ ਗੱਲਾਂ ਨਾਲ ਚਾਹੁੰਦਾ ਹੈ ਕਿ ਪਹਾੜਾਂ ਨੂੰ ਚੁੱਕ ਦੇਵੇ। ਓਏ ਉਹ ਪਹਾੜ ਊਹਾਂ ਹੀ ਹੈ ਧਰੇ, ਉਹ ਉੱਥੇ ਦੀ ਉੱਥੇ ਟਿਕੇ ਰਹਿੰਦੇ ਹਨ, ਕੋਈ ਚੁੱਕ ਨਹੀਂ ਹੁੰਦੇ, ਕਿਉਂਕਿ ਗੱਲਾਂ ਨਾਲ ਪਹਾੜ ਚੁੱਕ ਨਹੀਂ ਹੁੰਦੇ। ਸੋ ਇੱਥੇ ਪਾਠ ਗੱਗਾ ਲੱਲੇ ਨੂੰ ਵਿਹਾਰੀ ਦਾ ਗਲੀ ਨਹੀਂ ਬਣਦਾ, ਨਾ ਗਲੀ ਬਣਦਾ ਹੈ, ਗੱਲੀ। 9ਵਾਂ ਪ੍ਰਮਾਣ ਲੈਂਦੇ ਹਾਂ। ਮੈਂ ਗੁਣ ਗੱਲਾਂ ਕੈ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਅੰਕ 351 ਹੈ। 7ਵੀਂ ਪੰਕਤੀ ਹੈ। ਸਤਿਗੁਰੂ ਕਹਿੰਦੇ ਹਨ ਮੈਂ ਗੁਣ ਗੱਲਾਂ ਕੈ ਸਿਰ ਭਾਰ। ਸਿਰ ਦੇ ਉੱਤੇ ਭਾਰ ਚੁੱਕੇ ਹੋਏ ਹਨ, ਗੱਲਾਂ ਦੇ, ਗੱਲਾਂ ਦੇ ਭਾਰ ਚੁੱਕੇ ਹੋਏ ਹਨ। ਪਰ ਸਤਿਗੁਰੂ ਜੀ ਕਹਿੰਦੇ ਹਨ ਗੱਲੀ ਗੱਲਾਂ ਸਿਰਜਣਹਾਰ। ਗੱਲਾਂ ਉਹ ਹਨ ਜਿਹੜੀਆਂ ਸਿਰਜਣਹਾਰ ਦੇ ਪ੍ਰਤੀ ਹੋਣ। ਸਿਰਜਣਹਾਰ ਦੀਆਂ ਬਾਤਾਂ ਨੂੰ ਹੀ ਸਹੀ ਗੱਲਾਂ ਕਹਿ ਸਕਦਾ ਹੈ। ਗੱਲੀ ਗੱਲਾਂ ਸਿਰਜਣਹਾਰ, ਗੱਲਾਂ ਵਿੱਚੋਂ
ਜੋ ਗੱਲਾਂ ਹਨ, ਗੱਲੀ ਗੱਲਾਂ, ਗੱਲਾਂ ਵਿੱਚੋਂ ਜੋ ਗੱਲਾਂ ਹਨ ਉਹ ਸਿਰਜਣਹਾਰ ਦੀਆਂ ਕਹਾਣੀਆਂ ਹਨ। ਬਾਕੀ ਗੱਲਾਂ ਜਿਹੜੀਆਂ ਉਹ ਸਿਰ ਦੇ ਉੱਤੇ ਭਾਰ ਚੁੱਕਣੇ ਹਨ। ਸੋ ਇੱਥੇ ਵੀ ਸ਼ਬਦ ਜਿਹੜਾ ਹੈ ਗੱਗਾ ਲੱਲੇ ਨੂੰ ਵਿਹਾਰੀ, ਇਹ ਗਲੀ ਨਹੀਂ ਹੈ ਨਾ ਗਲੀ ਹੈ, ਇਹਦਾ ਪਾਠ ਹੈ ਗੱਲੀ। 10ਵਾਂ ਪ੍ਰਮਾਣ ਲੈਂਦੇ ਹਾਂ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ। ਅੰਕ 85 ਹੈ, ਪਹਿਲੀ ਪੰਕਤੀ ਹੈ। ਸੋ ਇਸ 10ਵੇਂ ਪ੍ਰਮਾਣ ਵਿੱਚ ਵੀ ਸ਼ਬਦ ਗੱਗਾ ਲੱਲੇ ਨੂੰ ਵਿਹਾਰੀ ਹੈ ਤੇ ਉੱਪਰ ਬਿੰਦੀ ਲੱਗੀ ਹੋਈ ਹੈ ਲੱਲੇ ਦੇ। ਸੋ ਇਹ ਬਿੰਦੀ ਜਿਹੜੀ ਹੈ ਬੋਲਣ ਵਾਸਤੇ ਹੈ, ਸੰਕੇਤ ਹੈ। ਗੱਲੀ ਗੱਗਾ ਹਾਰਡ ਸਾਊਂਡ ਨਾਲ ਹੈ ਤੇ ਲੱਲਾ ਜਿਹੜਾ ਹੈ ਕਸਮੀ ਆਵਾਜ਼ ਨਾਲ ਹੈ। ਲੱਲੇ ਤੇ ਬਿੰਦੀ ਵੀ ਲੱਗੀ ਹੋਈ ਹੈ, ਇਸੇ ਕਰਕੇ ਬਾਕੀ ਥਾਵਾਂ ਤੇ ਬਿੰਦੀ ਬੋਲੀ ਜਾਂਦੀ। ਇੱਥੇ ਗੱਲੀ ਦਾ ਭਾਵ ਗੱਲਾਂ ਨਾਲ ਹੋਵੇ, ਉੱਥੇ ਬਿੰਦੀ ਬੋਲੀ ਜਾਂਦੀ ਹੈ, ਭਾਵੇਂ ਨਹੀਂ ਲੱਗੀ ਹੋਈ ਬਾਕੀ ਥਾਵਾਂ ਤੇ। ਇੱਥੋਂ ਅਸੀਂ ਸੇਧ ਲੈਂਦੇ ਹਾਂ ਇਸ ਪ੍ਰਮਾਣ ਤੋਂ ਵਿੱਚ ਇੱਥੇ ਗੱਲੀ ਸ਼ਬਦ ਵਿੱਚ ਲੱਲੇ ਨਾਲ ਬਿੰਦੀ ਲੱਗੀ ਹੋਈ ਹੈ ਤਾਂ ਉਚਾਰਨ ਗੱਲੀ ਬਣਦਾ ਹੈ, ਤੇ ਬਾਕੀ ਥਾਵਾਂ ਤੇ ਵੀ ਜਿੱਥੇ ਉਚਾਰਨ ਗੱਲੀ ਜਾਂ ਅਰਥ ਗੱਲਾਂ ਨਾਲ ਬਣਦੇ ਹਨ ਉੱਥੇ ਇਹ ਬਿੰਦੀ ਵਰਤੀ ਜਾਂਦੀ ਹੈ। ਸੋ ਇੱਥੇ ਗੱਲੀ ਸ਼ਬਦ ਜਿਹੜਾ ਹੈ ਇਹ ਅਰਥ ਹੈ ਗੱਲਾਂ ਨਾਲ। ਸੋ ਇਸ ਤਰ੍ਹਾਂ 6 ਨੰਬਰ ਏ ਤੋਂ ਲੈ ਕੇ 14 ਤੱਕ ਇਹ ਪ੍ਰਮਾਣ ਸਨ ਜਿੱਥੇ ਗੱਗਾ ਲੱਲੇ ਨੂੰ ਵਿਹਾਰੀ ਸ਼ਬਦ ਵਰਤਿਆ ਗਿਆ ਤੇ ਉਚਾਰਨ ਕੀਤਾ ਗਿਆ ਗੱਲੀ, ਅਰਥ ਕੀਤਾ ਗੱਲਾਂ ਨਾਲ। ਹੁਣ ਚੱਲਦੇ ਹਾਂ ਸ਼ਬਦ ਗੱਗਾ ਲੱਲੇ ਨੂੰ ਕੰਨਾ, ਇਸ ਦੀ ਵਿਚਾਰ ਕਰਦੇ ਹਾਂ। ਗੱਗਾ ਲੱਲੇ ਨੂੰ ਕੰਨਾ ਸ਼ਬਦ ਜਿਹੜਾ ਹੈ ਇਹ ਵੀ ਬਹੁਅਰਥਕ ਸ਼ਬਦ ਨਹੀਂ ਹੈ। ਹਰ ਥਾਂ ਇਸ ਦਾ ਉਚਾਰਨ ਨਾ ਗਲਾ ਹੈ, ਨਾ ਗਲਾ ਹੈ, ਨਾ ਗੱਲਾਂ। ਹਰ ਥਾਂ ਇਸ ਦਾ ਇੱਕੋ ਉਚਾਰਨ ਨਹੀਂ, ਇਸ ਕਰਕੇ ਬਹੁਅਰਥਕ ਸ਼ਬਦ ਨਹੀਂ। ਇਸ ਦੇ ਅਰਥ ਥਾਂ ਥਾਂ ਤੇ ਬਦਲਦੇ ਹਨ, ਉਚਾਰਨ ਵੀ ਬਦਲਦਾ ਹੈ, ਭਾਵੇਂ ਸ਼ਬਦ ਜੋੜ ਉਹੀ ਰਹਿੰਦੇ ਹਨ। ਇਹ ਵੀ ਬਹੁਅਰਥਕ ਸ਼ਬਦ ਨਹੀਂ ਹੈ। ਪ੍ਰਮਾਣ ਨੰਬਰ 11 ਪਰ ਗੱਗਾ ਲੱਲੇ ਨੂੰ ਕਰਨਾ ਲਿਖਿਆ ਗਿਆ ਹੈ। ਇਸ ਦਾ ਪਾਠ ਇੱਥੇ ਹੈ ਗੱਲਾਂ, ਗੱਲਾਂ ਉੱਪਰ ਤਪਾਵਸ ਨਾ ਹੋਈ, ਵੇ ਸੁਖਾਧੀ ਤਤਕਾਲ ਮਰ ਜਾਏ। ਅੰਕ 474 ਹੈ, ਇਹ 9ਵੀਂ ਪੰਕਤੀ ਹੈ। ਸ਼ਬਦ ਜਿਹੜਾ ਵਾਵੇ ਨੂੰ ਸਿਰ ਸੱਸੇ ਨੌਕੜ ਹੈ, ਇਹ ਸੰਸਕ੍ਰਿਤ ਭਾਸ਼ਾ ਸ਼ਬਦ ਹੈ ਵਿਸ਼। ਵਿਸ਼ ਤੋਂ ਭਾਵ ਜ਼ਹਿਰ ਹੁੰਦੀ ਹੈ, ਇਸ ਕਰਕੇ ਇੱਥੇ ਸੱਸੇ ਦੀ ਸ਼ਾਤ ਨਹੀਂ ਬੋਲੀ ਗਈ ਹੈ। ਕਿਉਂਕਿ ਅਦਕ ਨਹੀਂ ਲੱਗਾ ਹੋਇਆ ਤਾਂ ਅਦਕ ਦੀ ਧੁਨੀ ਦੇਖ ਕੇ ਬੋਲੀ ਜਾਂਦੀ ਹੈ। ਇੱਥੇ ਵੀ ਪੈਰ ਬਿੰਦੀ ਜਿਹੜੀ ਅੱਜ ਕੱਲ੍ਹ ਦੀ ਪੰਜਾਬੀ ਮੁਤਾਬਕ ਨਹੀਂ ਲੱਗੀ ਹੋਈ, ਪਰ ਅਰਥਾਂ ਮੁਤਾਬਕ ਉਸ ਦਾ ਉਚਾਰਨ ਇੱਥੇ ਕੀਤਾ ਜਾਂਦਾ ਹੈ। ਸੋ ਗੱਗਾ ਲੱਲੇ ਨੂੰ ਕੰਨਾ, ਇਸ ਦਾ ਉਚਾਰਨ ਇੱਥੇ ਬਣਿਆ ਗੱਲਾਂ। ਬਿੰਦੀਆਂ ਉਚਾਰਨ ਕੀਤਾ ਗਿਆ, ਅੱਧੇ ਦਾ ਉਚਾਰਨ ਕੀਤਾ ਗਿਆ ਤਾਂ ਸ਼ੁੱਧ ਪਾਠ ਬਣਿਆ ਗੱਲਾਂ ਉੱਪਰ। ਭਾਵ ਗੱਲਾਂ ਗੱਲਾਂ ਨਾਲ ਨਿਆਂ ਨਹੀਂ ਹੁੰਦਾ, ਤਾਂ ਭਾਵ ਨਿਆਂ ਇਨਸਾਫ ਨਾ ਹੋਈ। ਜਿਸਨੇ ਜ਼ਹਿਰ ਖਾ ਲਈ ਹੋਵੇ, ਵਿਸ਼ ਖਾਧੀ ਤਤਕਾਲ ਮਰ ਜਾਏ। ਜਿਸਨੇ ਜ਼ਹਿਰ ਖਾ ਲਈ ਹੋਵੇ ਉਹ ਗੱਲਾਂ ਅਮਰ ਦੀਆਂ ਭਾਵੇਂ ਕਰੀ ਜਾਵੇ, ਪਰ ਉਹ ਜ਼ਹਿਰ ਜਿਹੜੀ ਹੈ ਅਮਰ ਦੀਆਂ ਗੱਲਾਂ ਕਰਨ ਨਾਲ ਖਤਮ ਨਹੀਂ ਹੁੰਦੀ। ਉਸ ਜੀਵ ਨੇ ਤਾਂ ਮਰਨਾ ਹੀ ਹੈ ਜਿਸਨੇ ਜ਼ਹਿਰ ਖਾ ਲਈ ਹੈ। ਅਮਰ ਦੀਆਂ ਗੱਲਾਂ ਕਰਨ ਨਾਲ ਜ਼ਹਿਰ ਨਹੀਂ ਉਤਰੇਗੀ। ਸੋ ਗੱਲਾਂ ਗੱਲਾਂ ਨਾਲ ਪਹਾੜ ਨਹੀਂ ਚੁੱਕੇ ਜਾਂਦੇ, ਕਰਨੀ ਤੇ ਕੀਰਤੀ ਹੀ ਕਮਾਉਂਦੀ ਹੈ। ਪ੍ਰਮਾਣ ਅੱਗੇ ਲੈਣੇ ਹਾਂ। ਪ੍ਰਮਾਣ ਨੰਬਰ 12। ਇਸ ਪ੍ਰਮਾਣ ਗੱਗਾ ਲੱਲੇ ਨੂੰ ਕੰਨਾ ਸ਼ਬਦ ਵਰਤਿਆ ਗਿਆ ਹੈ। ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧੂ। ਅੰਕ 474 ਹੈ, 9ਵੀਂ ਪੰਕਤੀ ਹੈ। ਸਪੈਲਿੰਗ ਉਹੀ ਹਨ, ਸ਼ਬਦ ਜੋੜ ਗੱਗਾ ਲੱਲੇ ਨੂੰ ਕੰਨਾ ਉਹੀ ਹਨ, ਪਰ ਇੱਥੇ ਉਚਾਰਨ ਜਿਹੜਾ ਹੈ ਜਿਸ ਨੇ ਪਹਿਲਾਂ ਗੱਲਾਂ ਕੀਤਾ ਗਿਆ, ਇੱਥੇ ਵੀ ਉਚਾਰਨ ਗੱਲਾਂ ਹੈ।
ਗੱਗਾ ਲੱਲੇ ਨੂੰ ਕੰਨਾ। ਗੱਲਾਂ ਕਰੇ ਘਨੇਰੀਆਂ, ਬਹੁਤੀਆਂ ਗੱਲਾਂ ਕਰਦਾ ਹੈ। ਖਸਮ ਨਾ ਪਾਏ ਸਾ, ਖਸਮ ਅਰਬੀ ਭਾਸ਼ਾ ਦਾ ਸ਼ਬਦ ਹੈ। ਇੱਥੇ ਖੱਖਾ ਅੱਖਰ ਦੀ ਬਿੰਦੀ ਵਾਲੀ ਵਿਸ਼ੇਸ਼ ਧੁਨੀ ਹੁੰਦੀ ਆ। ਖਸਮ ਨਾ ਪਾਏ ਸਾਧੂ। ਪ੍ਰਮਾਣ ਨੰਬਰ 13 ਵਿੱਚ ਦੇਖਦੇ ਹਾਂ, ਗੱਲਾਂ ਕਰੇ ਘਨੇਰੀਆਂ ਤਾਂ ਅੰਨ੍ਹੇ ਪਵਣਾ ਖਾਤੀ ਟੋਵੈ। ਅੰਕ 1412, 18ਵੀਂ ਪੰਕਤੀ ਹੈ ਇਹ। ਸੋ ਇਸ ਵਿੱਚ ਜੋ ਗੱਗਾ ਲੱਲੇ ਨੂੰ ਕੰਨਾ ਸ਼ਬਦ ਹੈ, ਇੱਥੇ ਕੰਨੇ ਤੇ ਬਿੰਦੀ ਸਪਸ਼ਟ ਲੱਗੀ ਹੋਈ ਹੈ, ਜੋ ਸਾਨੂੰ ਸੇਧ ਦਿੰਦੀ ਹੈ ਕਿ ਜਿੱਥੇ ਅਰਥ ਗੱਪਾਂ ਮਾਰਨੀਆਂ ਹੋਣ, ਗੱਲਾਂ ਬਾਤਾਂ ਕਰਨ, ਉੱਥੇ ਇਹ ਬਿੰਦੀ ਬੋਲਣੀ ਹੈ। ਇਸ ਕਰਕੇ ਉੱਪਰਲੇ ਦੋਵਾਂ ਪ੍ਰਮਾਣਾਂ ਵਿੱਚ ਬਿੰਦੀ ਦਾ ਉਚਾਰਨ ਕੀਤਾ ਗਿਆ। ਗੱਲਾਂ ਕਰੇ ਘਨੇਰੀਆਂ, ਸੋ ਗੱਲਾਂ ਨਹੀਂ ਬੋਲਿਆ ਗਿਆ, ਗੱਲਾਂ। ਸੋ ਇੱਥੇ ਗੱਗਾ ਲੱਲੇ ਨੂੰ ਕੰਨਾਂ ਉੱਤੇ ਬਿੰਦੀ ਲੱਗੀ ਹੋਈ ਹੈ, ਗੱਲਾਂ ਕਰੇ ਘਨੇਰੀਆਂ। ਹੁਣ ਦੇਖਦੇ ਹਾਂ ਗੱਗਾ ਲੱਲੇ ਨੂੰ ਕੰਨਾ, ਇਸ ਦਾ ਅਰਥ ਹਰ ਥਾਵਾਂ ਤੇ ਗੱਲਾਂ ਨਹੀਂ ਹੈ। ਇੱਕ ਪ੍ਰਮਾਣ ਹੋਰ ਲੈਣੇ ਹਾਂ ਗੱਲਾਂ ਵਾਲਾ, 14ਵਾਂ ਪ੍ਰਮਾਣ ਜਿਹੜਾ ਹੈ, ਪ੍ਰਮਾਣ ਨੰਬਰ 14। ਗੱਲਾਂ ਵਾਲੇ ਹੈ ਨੇ ਘਨੇਰੇ, ਛੱਡ ਨਾ ਸਕੈ ਕੋਈ। ਅੰਕ 1286 ਹੈ, 15ਵੀਂ ਇਹ ਪੰਕਤੀ ਹੈ। ਗੱਲਾਂ ਕਰਨ ਵਾਲੇ ਬਹੁਤ ਹਨ, ਘਨੇਰੇ ਬੜੇ ਹਨ, ਪਰ ਮੋਹ ਮਾਇਆ ਨੂੰ ਛੱਡਣ ਵਾਸਤੇ ਕੋਈ ਤਿਆਰ ਨਹੀਂ ਹੈ। ਗੱਲਾਂ ਬਹੁਤੀਆਂ ਕਰਦੇ ਹਨ ਕਿ ਛੱਡ ਦਿੱਤੀ ਹੈ, ਛੱਡ ਦੇਣੀ ਹੈ। ਸੋ ਆਓ ਹੁਣ ਅੱਗੇ ਚੱਲਦੇ ਹਾਂ। ਗੱਗਾ ਲੱਲੇ ਨੂੰ ਕੰਨਾ, ਇਹੋ ਹੀ ਸ਼ਬਦ ਜੋੜ ਜਿੱਥੇ ਵਰਤੇ ਗਏ ਹਨ, ਉੱਥੇ ਅਰਥ ਗੱਲਾਂ ਨਹੀਂ ਹਨ, ਉੱਥੇ ਅਰਥ ਹੋਰ ਬਣਦੇ ਹਨ। ਇਸ ਕਰਕੇ ਉਚਾਰਨ ਵੀ ਉੱਥੇ ਬਦਲੇਗਾ। ਪ੍ਰਮਾਣ ਨੰਬਰ 15, ਗੱਗਾ ਲੱਲੇ ਨੂੰ ਕੰਨਾ ਸ਼ਬਦ ਵਰਤਿਆ ਗਿਆ ਹੈ ਕਿਸ ਦੇ ਅਰਥ ਵਿੱਚ? ਥਰੋਟ, ਗਲ ਦੇ ਅਰਥ ਵਿੱਚ ਗੱਗਾ ਲੱਲੇ ਨੂੰ ਕੰਨਾ ਸ਼ਬਦ ਵਰਤਿਆ। ਗਲਾ ਬਾਂਧੀ ਦੁਹੀ ਲੈ ਅਹੀਰ। ਅੰਕ 1252, ਇਹ 11ਵੀਂ ਪੰਕਤੀ ਹੈ। ਅਹੀਰ ਤੋਂ ਬਾਅਦ ਗੁੱਜਰ, ਦੁਹੀ ਲੇਹ ਤੋਂ ਬਾਅਦ ਹੈ ਚੋ ਲੈਂਦਾ ਹੈ, ਦੁੱਧ ਕੱਢ ਲੈਂਦਾ ਹੈ। ਕਿੱਦਾਂ? ਗਲਾ ਬਾਂਧ, ਗਰਦਨ ਨੂੰ ਗਲਾਵਾਂ ਪਾ ਕੇ, ਬੰਨ ਕੇ ਉਹ ਦੁੱਧ ਚੋ ਲੈਂਦਾ ਹੈ। ਇੱਥੇ ਗੱਗਾ ਲੱਲੇ ਨੂੰ ਕੰਨਾ ਜੋ ਸ਼ਬਦ ਹੈ, ਇਸ ਨੂੰ ਗੱਲਾਂ ਨਹੀਂ ਪੜ੍ਹਿਆ ਗਿਆ ਜਿਵੇਂ ਉੱਪਰਲੇ ਪ੍ਰਮਾਣਾਂ ਵਿੱਚ ਗੱਲਾਂ ਸ਼ਬਦ ਬੋਲਿਆ ਗਿਆ ਸੀ। ਇੱਥੇ ਸਪੈਲਿੰਗ ਭਾਵੇਂ ਉਹੀ ਹਨ, ਪਰ ਇੱਥੇ ਗੱਲਾਂ ਨਹੀਂ, ਇੱਥੇ ਗਲਾ ਪਾਠ ਹੋਏਗਾ। ਲੱਲਾ ਜਿਹੜਾ ਹੈ, ਇਸ ਦੀ ਇੱਥੇ ਲੂਜ਼ ਸਾਊਂਡ ਹੋਏਗੀ, ਪੈਰ ਬਿੰਦੀ ਵਾਲੀ ਸਾਊਂਡ ਹੋਗੀ, ਤਾਂ ਅਰਥ ਹੋਏਗਾ ਇੱਥੇ ਗਲਾ, ਥਰੋਟ, ਗਲਾ ਬਾਂਧ। ਇੱਥੇ ਗੱਲਾਂ ਪਾਠ ਨਹੀਂ ਹੋਏਗਾ, ਗਲਾ। ਪ੍ਰਮਾਣ ਨੰਬਰ 16 ਦੇਖਦੇ ਹਾਂ। ਹੀਰਾ ਰੋਟੀ ਕਾਰਨੈ, ਗਲਾ ਕਟਾਵੈ ਕੌਣ। ਇਹ ਪ੍ਰਮਾਣ ਅੰਕ 1374 ਤੋਂ ਲਿਆ, 12ਵੀਂ ਪੰਕਤੀ ਹੈ। ਹੀਰਾ ਰੋਟੀ ਤੋਂ ਪਾਵੈ ਮਾਸ ਵਾਲੀ ਰੋਟੀ, ਮਾਸ ਰੋਟੀ, ਮਾਸ ਖਾਣਾ। ਹੀਰਾ ਰੋਟੀ, ਮਾਸ ਅਤੇ ਰੋਟੀ। ਸੋ ਮਾਸ ਵਾਲੀ ਰੋਟੀ ਖਾਣ ਦੇ ਕਾਰਨ ਕਬੀਰ ਜੀ ਕਹਿੰਦੇ ਹਨ, ਕਿਹੜਾ ਆਪਣੇ ਇਹ ਜੀਵ ਦੀ, ਆਪਣੇ ਜੀਵ ਦੇ ਸਵਾਦ ਦੇ ਕਾਰਨ ਜਾਨਵਰਾਂ ਨੂੰ ਜ਼ਬਾ ਕਰਦਾ ਫਿਰੇ, ਮਾਰਦਾ ਫਿਰੇ, ਸਿਰਫ ਮਾਸ ਦੀ ਰੋਟੀ ਕਾਰਨ। ਇੱਥੇ ਉਚਾਰਨ ਸੀ ਗੱਗਾ ਲੱਲੇ ਨੂੰ ਕੰਨਾ ਸ਼ਬਦ ਦਾ ਗਲਾ, ਗਲਾ ਕਟਾਵੈ, ਕਟਾਵੈ ਕੌਣ। ਸੋ ਗੱਗਾ ਲੱਲੇ ਨੂੰ ਕੰਨਾ, ਇੱਥੇ ਉਚਾਰਨ ਬਦਲ ਗਿਆ, ਗਲਾ ਬਣ ਗਿਆ। ਜਿੱਥੇ ਉਚਾਰਨ ਇਹਦਾ ਸੀ ਗੱਲਾਂ ਨਾਲ, ਉੱਥੇ ਇਹਨੂੰ ਪੜ੍ਹਿਆ ਗਿਆ ਗੱਲਾਂ। ਹੁਣ ਪ੍ਰਮਾਣ ਨੰਬਰ 17 ਲੈਂਦੇ ਹਾਂ। ਪ੍ਰਮਾਣ ਨੰਬਰ 17 ਵਿੱਚ ਗੱਗਾ ਲੱਲੇ ਨੂੰ ਕੰਨਾ ਜੋ ਸ਼ਬਦ ਹੈ, ਇਹਦੇ ਲੱਲੇ ਦੇ ਪੈਰ ਵਿੱਚ ਇੱਕ ਲਕੀਰ ਜੀ ਹੈ ਤਿਰਛੀ, ਜਿਸ ਨੂੰ ਹਲੰਤ ਵੀ ਕਿਹਾ ਜਾਂਦਾ ਹੈ। ਇਹ ਅੱਧੇ ਹਾਹੇ ਦਾ ਕੰਮ ਕਰਦਾ ਹੈ,
ਪ੍ਰਮਾਣ ਹੈ ਕਰਿਕੈ ਉਹੀ ਕਰੇਨ। ਗੱਲਾਂ ਪਿੱਟਨੇ ਸਿਰ ਖੋਹੇਨ। ਇਹ ਅੰਕ ਹੈ 1410 ਤੇ ਪੰਕਤੀ ਹੈ 11ਵੀਂ। ਸੋ ਕਿਸੇ ਪ੍ਰਾਣੀ ਦੇ ਮਰਨ ਤੇ ਸਤਿਗੁਰੂ ਜੀ ਕਹਿੰਦੇ ਹਨ ਵੀ ਇਹ ਹੈ ਕਰਕੇ ਉਹੀ ਕਰੇਨ, ਹੈ ਕਰਕੇ ਪਿੱਟਦੀਆਂ ਹਨ, ਸਿਆਪਾ ਕਰਦੀਆਂ ਹਨ ਔਰਤਾਂ, ਤੇ ਓਏ ਕਹਿੰਦੀਆਂ ਹਨ। ਗੱਲਾਂ ਪਿੱਟਣ, ਇੱਥੇ ਹੁਣ ਗੱਲਾਂ ਪਾਠ ਨਹੀਂ ਹੈ, ਨਾ ਹੀ ਗਲਾ ਪਾਠ ਹੈ। ਗਲਾ ਹੁੰਦਾ ਥਰੋਟ ਤੇ ਗੱਲਾਂ ਹੁੰਦਾ ਬਾਈ ਮੀਰ ਵਰਡਸ। ਇੱਥੇ ਹੈ ਗੱਲਾਂ, ਲੱਲੇ ਪੈਰ ਵਿੱਚ ਜੋ ਹਲੰਤ ਹੈ ਇਹ ਉਸਦਾ ਉਚਾਰਨ ਇਹ ਵੀ ਅਲੱਗ ਕਰਦਾ ਹੈ। ਗੱਲਾਂ, ਲੱਲੇ ਕੰਨੇ ਤੇ ਬਿੰਦੀ ਉਚਾਰਨ ਬਣਦਾ ਹੈ ਤੇ ਗੱਗਾ ਜਿਹੜਾ ਹੈ ਇਹ ਅਧਕ ਸਮੇਤ ਬੋਲਣਾ ਬਣਦਾ ਹੈ। ਗੱਲਾਂ ਤੋਂ ਭਾਵ ਹੈ ਫੇਸ, ਚੀਕਸ। ਗੱਲਾਂ ਪਿੱਟਣ ਤੋਂ ਆਪਣੇ ਮੂੰਹ ਦੇ ਉੱਤੇ ਦੋਵੇਂ ਪਾਸੇ ਹੱਥ ਮਾਰਦੀਆਂ ਹਨ। ਸਿਰ ਖੋਹੇਨ, ਅਤੇ ਸਿਰ ਦੇ ਵਾਲ ਜਿਹੜੇ ਹਨ ਉਹ ਖਿੱਚਦੀਆਂ ਹਨ, ਪੁੱਟਦੀਆਂ ਹਨ। ਤੋ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਕਰਨਾ ਠੀਕ ਨਹੀਂ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਲਿਖਿਆ ਹੈ। ਇਸ ਪ੍ਰਮਾਣ ਵਿੱਚ ਉਹ ਪੰਕਤੀਆਂ ਨਹੀਂ ਹਨ। ਇੱਥੇ ਸਿਰਫ ਦੱਸਣ ਦਾ ਇਹ ਭਾਵ ਸੀ ਕਿ ਇਹ ਗੱਗਾ ਲੱਲੇ ਨੂੰ ਕੰਨਾ ਜੋ ਪੈਰ ਚ ਹਲੰਤ ਹੈ ਇਹ ਗਲਾ ਨਹੀਂ ਹੈ, ਨਾ ਗੱਲਾਂ ਹੈ, ਇਹ ਹੈ ਗੱਲਾਂ ਪਿੱਟਣੇ। ਸੋ ਇਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਹੈ ਇਸ ਵਿੱਚ ਪ੍ਰਕਰਣ ਦੇ ਮੁਤਾਬਕ ਸ਼ਬਦਾਂ ਦਾ ਉਚਾਰਨ ਕੀਤਾ ਜਾਂਦਾ ਹੈ। ਪ੍ਰਕਰਣ ਦੇ ਮੁਤਾਬਕ ਤੋਂ ਭਾਵ ਹੈ ਅਰਥਾਂ ਦੇ ਮੁਤਾਬਕ। ਜੇ ਅਰਥ ਪਹਿਲਾਂ ਹੀ ਪੜ੍ਹ ਲਏ ਜਾਣ ਤਾਂ ਅਰਥਾਂ ਵਿੱਚੋਂ ਹੀ ਉਚਾਰਨ ਨਿਕਲਦੇ ਹਨ। ਉਚਾਰਨ ਸ਼ੁੱਧ ਬਣਦਾ ਹੈ ਅਰਥਾਂ ਵਿੱਚੋਂ। ਜੇ ਅਰਥ ਨਹੀਂ ਤਾਂ ਫਿਰ ਉਚਾਰਨ ਜਿਹੜਾ ਹੈ ਉਹ ਸ਼ੁੱਧ ਨਹੀਂ ਬਣ ਸਕਦਾ, ਕਿਉਂਕਿ ਪਾਠਕ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਨੂੰ ਇਸ ਤਰ੍ਹਾਂ ਬੋਲਣ ਨਾਲ ਇਹਦਾ ਇਹ ਅਰਥ ਬਣੇਗਾ, ਕਿਉਂਕਿ ਅਰਥ ਪਤਾ ਨਹੀਂ ਹੁੰਦੇ। ਇਸ ਕਰਕੇ ਆਪਣੀ ਮੱਤ ਅਨੁਸਾਰ ਪਾਠਕ ਸ਼ਬਦਾਂ ਦਾ ਉਚਾਰਨ ਕਰ ਲੈਂਦੇ ਹਨ, ਭਾਵੇਂ ਉਹਨਾਂ ਨੂੰ ਆਪ ਨੂੰ ਤਸੱਲੀ ਹੁੰਦੀ ਹੈ ਕਿ ਉਹਨਾਂ ਨੇ ਪਾਠ ਕਰ ਲਿਆ ਹੈ। ਪਰ ਜਦੋਂ ਅਰਥ ਪੜ੍ਹੀਦੇ ਹਨ ਤਾਂ ਫਿਰ ਪਤਾ ਲੱਗਦਾ ਹੈ ਕਿ ਇਹ ਜੋ ਪਾਠ ਕੀਤਾ ਗਿਆ ਹੈ ਇਹ ਅਰਥਾਂ ਮੁਤਾਬਕ ਨਹੀਂ ਸੀ। ਸੋ ਅੱਜ ਦੀ ਵਿਚਾਰ ਵਿੱਚ ਵਿਚਾਰ ਕੀਤੀ ਹੈ ਗੱਗਾ ਲੱਲੇ ਨੂੰ ਵਿਹਾਰੀ ਸ਼ਬਦ ਤੇ। ਇਸ ਦੇ ਵੱਖ-ਵੱਖ ਉਚਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ। ਗਲੀ ਦਾ ਭਾਵ ਹੈ ਵੀਹੀ, ਗੱਲੀ ਸਪੈਲਿੰਗ ਉਹੀ ਹਨ, ਗੱਲੀ ਗੱਲਾਂ ਨਾਲ। ਫਿਰ ਗਲੀ ਸਪੈਲਿੰਗ ਉਹੀ ਹਨ, ਗਲੀ ਗਲਾਂ ਵਿੱਚ। ਸੋ ਕਿਤੇ ਕਿਤੇ ਲੱਲੇ ਨੂੰ ਬਿੰਦੀ ਲੱਗੀ ਮਿਲਦੀ ਹੈ ਗਲੀ। ਸੋ ਗਲੀ ਤੇ ਗੱਲੀ, ਇਸ ਦੇ 3 ਪਾਠ ਜਿਹੜੇ ਵੱਖ-ਵੱਖ ਹਨ। ਇਸ ਤਰ੍ਹਾਂ ਗੱਗਾ ਲੱਲੇ ਨੂੰ ਕੰਨਾ, ਇਸ ਦੇ ਪਾਠ ਵੱਖ ਹਨ। ਗੱਲਾਂ, ਕਿਤੇ ਇਸ ਦਾ ਪਾਠ ਹੈ ਗਲਾ ਤੇ ਕਿਤੇ ਪਾਠ ਹੈ ਗੱਲਾਂ। ਸੋ ਇਹ ਪ੍ਰਕਰਣ ਮੁਤਾਬਕ ਲੱਗੇ ਹੋਏ ਚਿੰਨ੍ਹਾਂ ਮੁਤਾਬਕ ਪਾਠ ਜਿਹੜਾ ਹੈ ਉਹ ਸ਼ੁੱਧ ਬਣਦਾ ਹੈ। ਸੋ ਲੋੜ ਹੈ ਇਹ ਜੋ ਸ਼ਬਦ ਜੋੜ ਹਨ ਇਹਨਾਂ ਨੂੰ ਗੁਰਬਾਣੀ ਵਿਆਕਰਨ ਮੁਤਾਬਕ ਸਮਝਣਾ, ਅਤੇ ਪੈਰ ਲੱਗੇ ਜੋ ਚਿੰਨ੍ਹ ਹਨ ਜਾਂ ਜੋ ਨਾਸਕੀ ਚਿੰਨ੍ਹ ਵਰਤੇ ਗਏ ਹਨ ਇਹਨਾਂ ਤੋਂ ਸੇਧ ਲੈ ਕੇ ਬਾਕੀ ਥਾਵਾਂ 'ਤੇ ਉਚਾਰਨ ਨੂੰ ਸ਼ੁੱਧ ਕਰਨਾ।